गुणा का होवै वासुला कड वास लईजै। जे गुण होवन साजना मिल सांझ करीजै। सांझ करीजै गुण केरी छोड़ अवगण चलीऐ। पहरे पटंबर कर अडंबर ਆਪਣਾ ਪਿੜ ਮੱਲੀਐ। ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ। ਗੁਣਾ ਕਾ ਹੋਵੈ ਵਾਸੁਲਾ ਕੱਢ ਵਾਸ ਲਈਜੈ। ਜਦੋਂ ਗੁਰੂ ਸਾਹਿਬ ਜੀ ਦੀ ਇਹ ਪਾਵਨ ਬਾਣੀ ਇਹ ਸ਼ਬਦ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਇਹ ਸ਼ਬਦ ਜਦੋਂ ਪੜ੍ਹਦੇ ਹਾਂ ਤੇ ਅੱਜ ਸਿੱਖ ਸਮਾਜ ਦੇ ਵਿੱਚ ਫੈਲੀ ਹੋਈ ਜੋ ਵਿਚਾਰਕ ਤਕਰਾਰ ਹੈ ਉਹਨੂੰ ਦੇਖਦੇ ਹਾਂ ਤੇ ਮੈਂ ਸਮਝਦਾ ਹਾਂ ਵੀ ਇੰਜ ਲੱਗਦਾ ਹੈ ਗੁਰੂ ਸਾਹਿਬ ਜੀ ਤੋਂ ਅੱਜ ਦਾ ਸਿੱਖ ਬਹੁਤ ਦੂਰ ਹੋ ਗਿਆ ਹੈ, ਬਹੁਤ ਦੂਰ ਚਲਾ ਗਿਆ ਹੈ। ਇਸ ਕਰਕੇ ਇਹ ਵਿਚਾਰਕ ਤਕਰਾਰ ਜੋ ਹਨ ਅੱਜ ਸਿੱਖ ਸਮਾਜ ਦੇ ਅੰਦਰ ਬੇਲੋੜੀਆਂ ਬੇਵਕਤੀਆਂ ਇਸ ਪ੍ਰਕਾਰ ਸਾਨੂੰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਗੁਰੂ ਸਾਹਿਬ ਇਸ ਸ਼ਬਦ ਦੇ ਦੁਆਰਾ ਗੁਣਾਤਮਕ ਸਾਂਝ ਦਾ ਉਪਦੇਸ਼ ਕਰਦੇ ਹਨ ਕਿ ਸਿੱਖ ਦੀ ਸਾਂਝ ਗੁਣਾਂ ਨਾਲ ਹੋਣੀ ਚਾਹੀਦੀ ਹੈ। ਸਿੱਖ ਦੀ ਦ੍ਰਿਸ਼ਟੀ ਗੁਣਾਂ ਦੇ ਉੱਤੇ ਹੋਣੀ ਚਾਹੀਦੀ ਹੈ। ਸਿੱਖ ਗੁਣਾਂ ਦੀ ਸਾਂਝ ਕਰੇ, ਗੁਣਾਂ ਦੇ ਆਸਰੇ 'ਤੇ ਜੀਵੇ, ਨਾ ਕਿ ਔਗਣਾਂ ਨੂੰ ਦੇਖਣਾ ਕਰੇ, ਔਗਣਾਂ ਨੂੰ ਫਰੋਲਣਾ ਕਰੇ। ਬੇਅੰਤ ਜੀਵਾਂ ਦੀਆਂ ਉਦਾਹਰਣਾਂ ਦੇ ਕਰਕੇ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਸਿੱਖ ਨੂੰ ਇਹ ਸਮਝਾਇਆ ਹੈ ਕਿ ਔਗਣ ਸਾਰਿਆਂ ਵਿੱਚ ਹੁੰਦੇ ਹਨ। ਕੁੱਤੇ ਵਿੱਚ ਔਗਣ ਵੀ ਹਨ, ਗੁਣ ਵੀ ਹਨ। ਸ਼ੇਰ ਦਾ ਔਗਣ ਵੀ ਹੈ, ਗੁਣ ਵੀ ਹੈ। ਡੱਡੂ ਦਾ ਔਗਣ ਵੀ ਹੈ, ਗੁਣ ਵੀ ਹੈ। ਪਰ ਸਿੱਖ ਨੇ ਹਮੇਸ਼ਾ ਗੁਣਾਂ ਦੀ ਸਾਂਝ ਕਰਨੀ ਹੈ, ਔਗਣ ਨਹੀਂ ਦੇਖਣੇ। ਗੁਣਾਂ ਦੇ ਉੱਤੇ ਦ੍ਰਿਸ਼ਟੀ ਰੱਖਣੀ ਹੀ ਇੱਕ ਸਿੱਖ ਦਾ ਫਰਜ਼ ਹੈ, ਇੱਕ ਸਿੱਖੀ ਸਿਧਾਂਤ ਹੈ ਕਿ ਸਿੱਖ ਹਮੇਸ਼ਾ ਗੁਣ ਦੇਖਦਾ ਹੈ, ਕੁਆਲਿਟੀ ਦੇਖਦਾ ਹੈ। ਸਿੱਖ ਹਮੇਸ਼ਾ ਚੰਗੇ ਗੁਣਾਂ ਦੀ ਸਾਂਝ ਕਰਦਾ ਹੈ, ਚੰਗੇ ਗੁਣਾਂ ਦੀ ਵਿਚਾਰ ਕਰਦਾ ਹੈ। ਸੰਸਾਰ ਦੇ ਉੱਤੇ ਹਰ ਇੱਕ ਵਿਸ਼ੇ ਦਾ, ਹਰ ਵਸਤੂ ਦਾ, ਹਰ ਚੀਜ਼ ਦਾ ਇੱਕ ਪਿਛੋਕੜ ਹੋਇਆ ਕਰਦਾ ਹੈ ਤੇ ਉਸ ਪਿਛੋਕੜ ਤੋਂ ਹੀ ਸਾਨੂੰ ਉਹਦੀ ਕੁਆਲਿਟੀ ਦਾ ਅੰਦਾਜ਼ਾ ਹੁੰਦਾ ਹੈ, ਪਤਾ ਲੱਗਦਾ ਹੈ। ਜਿਵੇਂ ਚਿੱਕੜ ਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੁੰਦਾ ਹੈ। ਚਿੱਕੜ ਜੋ ਹੈ ਉਹ ਕਮਲ ਦਾ ਪਿਛੋਕੜ ਹੈ। ਮਿੱਟੀ ਦੇ ਵਿੱਚੋਂ, ਕੋਲੇ ਦੇ ਵਿੱਚੋਂ ਹੀਰਾ ਪੈਦਾ ਹੁੰਦਾ ਹੈ। ਹੀਰੇ ਦਾ ਪਿਛੋਕੜ ਜੋ ਹੈ ਉਹ ਕੋਲਾ ਹੈ, ਉਹ ਮਿੱਟੀ ਹੈ। ਚਿੱਕੜ ਤੋਂ ਬਿਨਾਂ ਕਮਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਿੱਟੀ ਤੋਂ, ਕੋਲੇ ਤੋਂ ਬਿਨਾਂ ਹੀਰੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕੋਈ ਮਨੁੱਖ ਕਮਲ ਨੂੰ ਕਹੇ ਵੀ ਕਮਲ ਤੂੰ ਕਿੰਨਾ ਸੁੰਦਰ ਹੈ, ਤੇਰੇ 'ਚ ਕਿੰਨਾ ਗੁਣ ਹੈ, ਤੇਰੇ 'ਚ ਕਿੰਨੀ ਖੁਸ਼ਬੂ ਹੈ, ਤੂੰ ਬਹੁਤ ਵਧੀਆ ਹੈ। ਪਰ ਜੇ ਕਮਲ ਕਹੇ ਵੀ ਮੇਰਾ ਪਿਛੋਕੜ ਚਿੱਕੜ ਹੈ ਤੇ ਸੂਝਵਾਨ ਮਨੁੱਖ ਕਦੇ ਕਮਲ ਨੂੰ ਆਪਣੇ ਹੱਥ 'ਚੋਂ ਤਿਆਗ ਨਹੀਂ ਦਿੰਦਾ। ਇਸੇ ਤਰ੍ਹਾਂ ਇੱਕ ਜ਼ੋਹਰੀ ਜਦੋਂ ਹੀਰੇ ਦੀ ਪਰਖ ਕਰਦਾ ਹੈ ਤੇ ਉਹਨੂੰ ਪਤਾ ਹੁੰਦਾ ਹੈ ਵੀ ਇਸ ਕਿਹੜੇ ਕੋਲੇ ਦੀ ਭੱਠੀ ਵਿੱਚ ਦੱਬ ਕੇ ਬਣ ਕੇ ਇਹ ਹੀਰਾ ਜੋ ਹੈ ਨਿਕਲਿਆ ਹੈ। ਸੋ ਇਸ ਕਰਕੇ ਜ਼ੋਹਰੀ ਦੀ ਨਜ਼ਰ ਉਸ ਸਮੇਂ ਹੀਰੇ ਦੀ ਕੁਆਲਿਟੀ ਦੇ ਉੱਤੇ ਹੁੰਦੀ ਹੈ। ਉਹ ਇਹ ਨਹੀਂ ਦੇਖਦਾ ਇਹ ਕਿਸ ਕੋਲੇ ਦੇ ਵਿੱਚੋਂ ਨਿਕਲਿਆ ਹੈ, ਕਿਸ ਕੋਲੇ ਦੀ ਖਦਾਨ ਦੇ ਵਿੱਚੋਂ ਨਿਕਲਿਆ ਹੈ। ਉਹ ਹੀਰੇ ਦੇ ਗੁਣਾਂ ਦੀ ਪਰਖ ਕਰਦਾ ਹੈ, ਲੇਕਿਨ ਉਹ ਇਹ ਗੱਲ ਨਹੀਂ ਭੁੱਲਦਾ ਕਿ ਉਹ ਕੋਲਾ ਨਾ ਹੁੰਦਾ ਤੇ ਇਹ ਹੀਰਾ ਵੀ ਨਾ ਹੁੰਦਾ, ਉਹ ਚਿੱਕੜ ਨਾ ਹੁੰਦਾ ਤੇ ਇਹ ਕਮਲ ਵੀ ਨਾ ਹੁੰਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਵਿਦਵਤਾ, ਦੂਰ ਅੰਦੇਸ਼ੀ, ਮਹਾਨਤਾ, ਜਿਨ੍ਹਾਂ ਦੇ ਪਰਉਪਕਾਰਾਂ ਨੂੰ ਅੱਜ ਸਾਰਾ ਜਗਤ ਸੰਸਾਰ ਨਤਮਸਤਕ ਹੋ ਰਿਹਾ ਹੈ। ਉਹ ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪਣੇ ਪਿਛੋਕੜ ਦਾ ਜ਼ਿਕਰ ਕੀਤਾ ਤੇ ਸਾਡੇ ਅਖੌਤੀ ਵਿਦਵਾਨ, ਭੁੱਲੜ ਸਿੱਖ, ਅਲਪਮਤ ਅਗਿਆਨੀ ਜਿਹੜੇ ਹਨ ਉਹ ਇਹ ਗੱਲ ਕਹਿ ਰਹੇ ਹਨ ਵੀ ਇਹ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਗੁਰੂ ਸਾਹਿਬ ਇਹ ਨਹੀਂ ਲਿਖ ਸਕਦੇ, ਗੁਰੂ ਸਾਹਿਬ ਇਹ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਹਾਂ ਵੀ ਇਸ ਨੂੰ ਅਗਿਆਨਤਾ ਹੀ ਕਿਹਾ ਜਾਏਗਾ, ਇਸ ਨੂੰ ਮੂਰਖਤਾ ਹੀ ਕਿਹਾ ਜਾਏਗਾ, ਇਸ ਨੂੰ ਸਿਆਣਪ ਨਹੀਂ ਕਹਿ ਸਕਦੇ। ਕਰਮ ਕਾਂਡ ਰੂਪੀ ਚਿੱਕੜ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਰਗੇ ਪਰਮ ਕਮਲ ਦੀ ਉਤਪਤੀ ਹੁੰਦੀ ਹੈ। ਵਹਿਮ, ਭਰਮ, ਪਖੰਡ, ਕਾਇਰਤਾ ਵਰਗੇ
ਕੋਲਿਆਂ ਦੇ ਵਿੱਚੋਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਵਰਗੇ ਹੀਰੇ ਪੈਦਾ ਹੁੰਦੇ ਹਨ। ਪਰ ਅੱਜ ਸਾਡੇ ਕੁਝ ਲੋਕ ਉਹਨਾਂ ਕੋਲਿਆਂ ਨੂੰ ਫਰੋਲੀ ਜਾ ਰਹੇ ਹਨ, ਉਸ ਮਿੱਟੀ ਨੂੰ ਫਰੋਲੀ ਜਾ ਰਹੇ ਹਨ, ਉਸ ਚਿੱਕੜ ਨੂੰ ਫਰੋਲੀ ਜਾ ਰਹੇ ਹਨ। ਭਲਿਓ, ਗੁਰੂ ਦੇ ਸਿੱਖ ਹੋ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲੋ। ਸਿੱਖੀ, ਸਿੱਖਿਆ, ਗੁਰ ਵਿਚਾਰ, ਗੁਰੂ ਦੇ ਪਿਛੋਕੜ ਨੂੰ ਫਰੋਲਣ ਦੇ ਨਾਲ ਤੁਹਾਡੇ ਹੱਥ ਵਿੱਚ ਚਿੱਕੜ ਹੀ ਆਵੇਗਾ, ਮੂੰਹ ਕਾਲਾ ਹੀ ਹੋਵੇਗਾ। ਗੁਰੂ ਨੇ ਸਾਨੂੰ ਦੂਰ ਦ੍ਰਿਸ਼ਟੀ ਤੇ ਸਤਿਗੁਰ ਨੇ ਸਾਨੂੰ ਅਗਾਂਹ ਵਧੂ ਬਣਾਇਆ ਹੈ। ਅਸੀਂ ਅੱਗੇ ਨੂੰ ਵਧਣਾ ਹੈ, ਅੱਗੇ ਨੂੰ ਦੇਖਣਾ ਹੈ। ਅਸੀਂ ਸਤਿਗੁਰ ਦੀ ਕਿਰਪਾ ਦੇ ਨਾਲ ਪਰਮ ਅਵਸਥਾ, ਪਰਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਨਾ ਕਿ ਪਿਛੋਕੜ ਨੂੰ ਫਰੋਲ ਕਰਕੇ ਚਿੱਕੜ ਦੇ ਨਾਲ, ਕਾਲਖ ਦੇ ਨਾਲ ਹੱਥ ਕਾਲੇ ਕਰਨੇ ਹਨ। ਸੋ ਉਮੀਦ ਕਰਦਾ ਹਾਂ ਕਿ ਗੱਲ ਆਪ ਜੀ ਦੀ ਪਕੜ ਵਿੱਚ ਆ ਗਈ ਹੋਵੇਗੀ, ਸਮਝ ਪੈ ਗਈ ਹੋਵੇਗੀ ਕਿ ਸਾਨੂੰ ਕਿਸ ਪ੍ਰਕਾਰ ਆਪਣੇ ਸਤਿਗੁਰਾਂ 'ਤੇ ਮਾਣ ਕਰਦੇ ਹੋਏ, ਆਪਣੇ ਸਤਿਗੁਰਾਂ ਦੇ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਨੂੰ, ਉੱਚਤਾ ਨੂੰ ਪ੍ਰਾਪਤ ਕਰਨਾ ਹੈ, ਉਸ ਮੰਜ਼ਿਲ ਤੱਕ ਪਹੁੰਚਣਾ ਹੈ ਜੋ ਮੰਜ਼ਿਲ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ। ਹਰ ਹਰ ਕਥਾ ਨਿਰਾਲੀ, ਗੁਰੂ ਦੇ ਕਹੇ ਹੋਏ ਬਚਨਾਂ ਨੂੰ ਮੰਨੀਏ। ਗੁਰਮੁਖ ਨਾਮ ਦਾਨ ਇਸਨਾਨ, ਜਾਂ ਸਤਿਗੁਰ ਬਖਸ਼ਿਸ਼ ਕਰਦੇ ਹਨ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਸੋ ਬਹੁਤ ਵਧੀਆ, ਬਹੁਤ ਉੱਤਮ ਸ੍ਰੇਸ਼ਟ ਗਿਆਨ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅਸੀਂ ਔਗਣਾਂ ਦੇ ਨਾਲ ਨਾ ਜੁੜੀਏ, ਅਸੀਂ ਔਗਣਾਂ ਨੂੰ ਨਾ ਫਰੋਲਦੇ ਫਿਰੀਏ, ਅਸੀਂ ਗੁਣਾਂ ਦੀ ਸਾਂਝ ਕਰੀਏ। ਗੁਣ ਜਿੱਥੋਂ ਵੀ ਮਿਲੇ ਉਸ ਨੂੰ ਲੈ ਲੈਣਾ ਚਾਹੀਦਾ ਹੈ, ਉਸ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਔਗਣ ਕਿਤੇ ਵੀ ਹੋਵੇ ਉਸ ਨੂੰ ਤਿਆਗ ਦੇਣਾ ਚਾਹੀਦਾ ਹੈ, ਛੱਡ ਦੇਣਾ ਚਾਹੀਦਾ ਹੈ। ਸੋ ਅਗਰ ਵੀਡੀਓ, ਇਹ ਆਡੀਓ ਆਪ ਜੀ ਨੂੰ ਚੰਗਾ ਲੱਗੇ, ਸ਼ੇਅਰ ਕਰ ਦਿਓ। ਸਤਿਗੁਰ ਸਭਨਾਂ ਨੂੰ ਸੁਮੱਤ ਬਖਸ਼ਿਸ਼ ਕਰਨ, ਗੁਣਾਂ ਦੀ ਦਾਤ ਬਖਸ਼ਿਸ਼ ਕਰਨ, ਕੌਮ ਵਿੱਚ ਏਕਤਾ, ਇਤਫਾਕ, ਭਾਈਚਾਰਕ ਸਾਂਝ ਬਣੇ, ਤਾਂ ਕਿ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੋਵੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।